ਅੱਜ ਗੱਲ ਕਰਾਂਗੇ SYL ਤੇ, क्योंकि SYL ਦਾ ਮੁੱਦਾ ਬੇहद ਚਰਚਾ ਦੇ ਵਿੱਚ ਰਿਹਾ ਹੈ, ਖਾਸ ਕਰਕੇ ਇਸ ਲਈ ਕਿ ਮੁਲਾਕਾਤ ਦੋ ਮੁੱਖ ਮੰਤਰੀਆਂ ਦੇ ਵਿਚਾਲੇ ਹੋਈ ਹੈ ਔਰ ਜਿਸ ਤਰੀਕੇ ਦਾ ਅੰਦੇਸ਼ਾ ਸੀ ਉਹੀ ਕੁਝ ਨਿਕਲ ਕੇ ਆਇਆ ਹੈ। ਸੁਪਰੀਮ ਕੋਰਟ ਦੇ ਹੁਕਮਾਂ ਤੇ ਪੰਜਾਬ ਤੇ ਹਰਿਆਣਾ CM ਦੇ ਵਿਚਾਲੇ ਮੀਟਿੰਗ ਹੋਈ ਹੈ, 2 ਘੰਟਿਆਂ ਤੱਕ ਮੀਟਿੰਗ ਚੱਲੀ ਹੈ, ਪਰ ਮੀਟਿੰਗ ਬੇਸਿੱਟਾ ਰਹੀ। ਆਮ ਤੌਰ ਤੇ ਐਸੀਆਂ ਮੀਟਿੰਗਸ ਦਾ ਜੋ ਨਤੀਜਾ ਹੁੰਦਾ ਹੈ ਉਹੀ ਇਸ ਦੇ ਵਿੱਚ ਨਿਕਲ ਕੇ ਆਇਆ ਕਿ ਮੀਟਿੰਗ ਬੇਸਿੱਟਾ ਰਹੀ ਤੇ ਮੀਟਿੰਗ ਤੋਂ ਬਾਅਦ ਹਰਿਆਣਾ ਨੂੰ ਹੁਣ ਸੁਪਰੀਮ ਕੋਰਟ ਤੋਂ ਉਮੀਦ ਤੇ ਪੰਜਾਬ ਨੇ PM ਦੇ ਦਖਲ ਦੀ ਮੰਗ ਕੀਤੀ ਹੈ। ਪਹਿਲਾਂ ਇੱਕ ਰਿਪੋਰਟ ਦਿਖਾਉਂਦੇ ਹਾਂ ਓਵਰਆਲ ਅੱਜ ਦੀ ਇਸ ਮੀਟਿੰਗ ਤੇ, ਫਿਰ ਮਹਿਮਾਨ ਸਾਡੇ ਨਾਲ ਜੁੜਨਗੇ ਆਮ ਆਦਮੀ ਪਾਰਟੀ ਤੋਂ ਔਰ ਹਰਿਆਣਾ BJP ਤੋਂ। ਇਸ ਗੱਲਬਾਤ ਨੂੰ ਅੱਗੇ ਵਧਾਵਾਂਗੇ, ਪਹਿਲਾਂ ਇੱਕ ਰਿਪੋਰਟ ਦੇਖਦੇ ਹਾਂ। SYL यानी सतलुज यमुना लिंक, जिसका विवाद 4 दहाकिਆਂ ਤੋਂ ਵੱਧ ਸਮੇਂ ਤੋਂ ਉਲਝਿਆ ਪਿਆ ਹੈ। ਮਾਮਲਾ ਸੁਪਰੀਮ ਕੋਰਟ ਪਹੁੰਚਿਆ ਤਾਂ ਦੋਵੇਂ CM ਨੂੰ ਮੀਟਿੰਗ ਕਰਨ ਦੇ ਲਈ ਕਿਹਾ ਗਿਆ। CM ਭਗਵੰਤ ਮਾਨ ਤੇ ਹਰਿਆਣਾ ਦੇ CM ਮਨੋਹਰ ਲਾਲ ਦੇ ਵਿਚਾਲੇ ਤਕਰੀਬਨ 2 ਘੰਟੇ ਮੀਟਿੰਗ ਚੱਲੀ, ਪਰ ਨਤੀਜਾ ਉਹੀ ਜੋ 2 ਦਹਾਕਿਆਂ ਤੋਂ ਸੁਣਦੇ ਆ ਰਹੇ ਹਾਂ, ਯਾਨੀ ਮੀਟਿੰਗ ਬੇਸਿੱਟਾ ਰਹੀ ਤੇ ਮੀਟਿੰਗ ਤੋਂ ਬਾਹਰ ਆ ਕੇ ਦੋਵੇਂ CM ਇੱਕ ਦੂਜੇ ਤੇ ਨਿਸ਼ਾਨੇ ਸਾਧਦਿਆਂ ਆਪਣੇ ਸਟੈਂਡ ਤੇ ਕਾਇਮ ਰਹੇ। पहले भी जो 1985 में 81 में जो पानी का बंटवारा हुआ था वो पानी भी अभी हमें नहीं मिल रहा है, जबकि राजीव लोंगोवाल में ये कहा गया था कि उस पानी का जो पहले बंटवारा उसके हिसाब से वो पानी सुनिश्चित वैसा रहना ही चाहिए। नया जो होगा बाद का विषय, लेकिन SYL नहर बनाना ये हमारे लिए एक जीवन मरण की रेखा है। ਜਦੋਂ ਯੂਨਾਈਟਿਡ ਪੰਜਾਬ ਸੀ, ਪੰਜਾਬ ਤੇ ਹਰਿਆਣਾ ਸਾਂਝੇ ਸੀ, ਯਮਨਾ ਦਾ ਪਾਣੀ ਉਹ 'ਚ ਪੰਜਾਬ ਦਾ ਹਿੱਸਾ ਸੀ ਤੇ ਜਦੋਂ 66 ਦੇ ਵਿੱਚ ਪੰਜਾਬ ਬਣ ਗਿਆ, ਹਰਿਆਣੇ ਦਾ ਤਾਂ ਯਮਨਾ 'ਚ ਹਿੱਸਾ ਰਹਿ ਗਿਆ, ਸਾਡਾ ਜ਼ੀਰੋ। ਫਿਰ ਜੇ ਯਮਨਾ 'ਚ ਸਾਡਾ ਹਿੱਸਾ ਨਹੀਂ ਤਾਂ ਸਤਲੁਜ ਤੇ ਬਿਆਸ ਦੇ ਵਿੱਚ ਕਿੱਥੋਂ ਪਾਣੀ ਦੇ ਰਹੀ ਸੀ। ਤੇ ਇਹ ਗੱਲ ਇੱਥੇ ਹੀ ਨਹੀਂ ਰੁਕੀ। ਹਰਿਆਣਾ ਦੇ CM ਸੁਪਰੀਮ ਕੋਰਟ ਦੇ ਹੁਕਮਾਂ ਦੇ ਮੁਤਾਬਿਕ ਨਹਿਰ ਦੀ ਉਸਾਰੀ ਕਰਨ ਦੀ ਗੱਲ ਕਹਿ ਰਹੇ ਨੇ, ਪਰ CM ਭਗਵੰਤ ਮਾਨ ਪੰਜਾਬ ਦੇ ਕੋਲ ਪਾਣੀ ਦਾ ਹਵਾਲਾ ਦਿੰਦਿਆਂ ਕਹਿ ਰਹੇ ਨੇ ਕਿ ਜਦ ਪਾਣੀ ਨਹੀਂ ਤਾਂ ਨਹਿਰ ਕਿਸ ਕੰਮ ਦੀ। विषय सहमति का तो नहीं बन पाया है हमारा मत, क्योंकि सुप्रीम कोर्ट ने अभी वर्डिक्ट दिया है अपना SYL बनाने का, इस पर उनकी सहमति नहीं थी। ਜਦੋਂ ਸਾਡੇ ਕੋਲੇ ਪਾਣੀ ਹੈ ਨਹੀਂ, ਨਹਿਰ ਕਾਹਦੇ ਵਾਸਤੇ ਬਣਾਉਣੀ? ਸਾਡੇ ਪਾਣੀ ਦਾ ਰਿਵਿਊ ਕਰ ਲਓ ਅੱਜ ਕਿੰਨਾ ਰਹਿ ਗਿਆ ਸਾਡੇ ਕੋਲੇ। 1981 ਵੇਲੇ ਦੀ ਗੱਲ ਹੋਰ ਹੈ, ਸਾਡੇ ਕੋਲੇ ਪਾਣੀ ਹੈ। ਮਨੋਹਰ ਲਾਲ ਮੀਟਿੰਗ ਵਿੱਚ ਹੋਈ ਚਰਚਾ ਦੀ ਰਿਪੋਰਟ ਤਿਆਰ ਕਰਕੇ ਕੇਂਦਰੀ ਮੰਤਰੀ ਨੂੰ ਸੌਂਪਣ ਦੀ ਤਿਆਰੀ ਵਿੱਚ ਨੇ। ਉੱਥੇ ਹੀ ਪੰਜਾਬ ਦੇ CM ਭਗਵੰਤ ਮਾਨ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਦਾ ਹੱਲ ਲੱਭਣ ਦੇ ਲਈ ਕਹਿ ਰਹੇ ਨੇ। केंद्रीय मंत्री जी को सारा विषय बताएंगे तो केंद्रीय मंत्री आगे क्या निर्देश देंगे, या तो जनवरी से पहले एक मीटिंग वो बुलाएंगे और नहीं बुलाना चाहेंगे आपस में बातचीत करने के बाद तो सीधा सुप्रीम कोर्ट में हम अपनी राय बता देंगे। ਪੰਜਾਬ ਤੇ ਹਰਿਆਣਾ ਦੋਨੇ ਸਟੇਟਾਂ ਪ੍ਰਧਾਨ ਮੰਤਰੀ ਜੀ ਕੋਲ ਚੱਲਦੇ ਆ ਤੇ ਨਰਿੰਦਰ ਮੋਦੀ ਜੀ ਹਰਿਆਣੇ ਵਾਸਤੇ ਕੋਈ ਯਮਨਾ ਚੋਂ ਜਾਂ ਗੰਗਾ ਚੋਂ ਉਧਰੋਂ ਪ੍ਰਬੰਧ ਕਰ ਦੇਣ, ਸਾਡੇ ਕੋਲੇ ਪਾਣੀ ਹੈ। ਮੀਟਿੰਗ ਬੇਨਤੀਜਾ ਰਹੀ ਤੇ ਆਪਣੇ ਸਟੈਂਡ ਤੇ ਪੰਜਾਬ ਹਰਿਆਣਾ ਕਾਇਮ ਵੀ ਨੇ, ਪਰ ਉਮੀਦਾਂ, ਬਿਆਨਾਂ ਤੇ ਨਿਸ਼ਾਨਿਆਂ ਦੇ ਵਿਚਾਲੇ SYL ਦਾ ਮੁੱਦਾ ਹਾਲੇ ਵੀ ਵਿਵਾਦ ਬਣਿਆ ਹੋਇਆ ਹੈ। ਤੇ ਹੁਣ ਜਨਵਰੀ 23 ਨੂੰ ਹੋਣ ਵਾਲੀ ਸੁਪਰੀਮ ਕੋਰਟ ਦੀ ਸੁਣਵਾਈ ਦੇ ਵਿੱਚ ਕੀ ਇਹ ਵਿਵਾਦ ਹੱਲ ਹੋਵੇਗਾ ਜਾਂ ਉਦੋਂ ਤੱਕ ਲਟਕਦਾ ਰਹੇਗਾ, ਸਵਾਲ ਕਾਇਮ ਹੈ। ਚੰਡੀਗੜ੍ਹ ਤੋਂ ਅੰਕਿਤ ਦੁਦਾਨੀ ਦੇ ਨਾਲ ਪੰਕਜ ਕਪਾਹੀ ਦੀ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਮਸਲਾ SYL ਦਾ ਹੈ। ਹਰਿਆਣਾ ਕਹਿ ਰਿਹਾ ਕਿ ਘੱਟੋ ਘੱਟ ਨਹਿਰ ਤਾਂ ਬਣਾਈ ਜਾਵੇ, ਫਿਰ ਉਸ ਤੋਂ ਬਾਅਦ ਅੱਗੇ ਪਾਣੀ ਦਾ ਵੀ ਮਸਲਾ ਹੱਲ ਕਰ ਲਾਂਗੇ, ਪਰ ਪੰਜਾਬ ਕਹਿ ਰਿਹਾ ਨਹਿਰ ਬਣਾ ਕੇ ਕੀ ਲੈਣਾ, ਜੇ ਪਾਣੀ ਹੈ ਨਹੀਂ ਤਾਂ ਫਿਰ ਨਹਿਰ ਬਣਾਉਣ ਦਾ ਕੀ ਫਾਇਦਾ। ਮਹਿਮਾਨ ਸਾਡੇ ਨਾਲ ਜੁੜੇ ਨੇ, ਮਲਵਿੰਦਰ ਸਿੰਘ ਕੰਗ ਸਾਹਿਬ ਜੁੜੇ ਨੇ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਪੰਜਾਬ ਤੋਂ, ਬਹੁਤ ਬਹੁਤ ਸਵਾਗਤ ਹੈ ਕੰਗ ਸਾਹਿਬ। ਔਰ BJP ਤੋਂ ਹਰਿਆਣਾ BJP ਤੋਂ ਸਾਡੇ ਨਾਲ ਰਮਨ ਮਲਿਕ ਜੀ ਜੁੜੇ ਨੇ, ਬਹੁਤ ਬਹੁਤ ਸਵਾਗਤ ਹੈ ਮਲਿਕ ਸਾਹਿਬ। ਪਹਿਲੀ ਸ਼ੁਰੂਆਤ ਕੰਗ ਸਾਹਿਬ ਤੁਹਾਡੇ ਤੋਂ ਕਿ ਕਾਫੀ ਚੀਜ਼ਾਂ ਅੱਜ ਮੀਟਿੰਗ ਤੋਂ ਪਹਿਲਾਂ ਹੀ ਸਪਸ਼ਟ ਹੋ ਗਈਆਂ ਸੀ, ਜਦੋਂ ਹਰਿਆਣਾ CM ਮਨੋਹਰ ਲਾਲ ਜੀ ਨੇ ਇਹ ਚੀਜ਼ ਕਹਿਤੀ ਸੀ ਬੜੇ ਸਾਫ਼-ਸਾਫ਼ ਕਿ ਨਹਿਰ ਬਣਾਉਣੀ ਹੋਏਗੀ, ਉਸ ਤੋਂ ਬਾਅਦ ਪਾਣੀ ਤੇ ਵੀ ਗੱਲਬਾਤ ਹੋ ਜਾਏਗੀ, ਪਰ ਘੱਟੋ ਘੱਟ ਨਹਿਰ ਤੇ ਬਣੇ। ਨਹਿਰ
ਕਾਹਦੇ ਲਈ ਬਣੇ ਜਦੋਂ ਪਾਣੀ ਹੀ ਨਹੀਂ ਹੈ? ਮੇਰੀ ਜੀ। ਗੱਲ ਸੁਣੋ, ਗੱਲ ਕੀ ਹੈ ਬਰਾੜ ਸਾਹਿਬ, ਹੂੰ ਅੱਜ ਜਿਸ ਤਰੀਕੇ ਨਾਲ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਜੀ ਨੇ ਫੈਕਟ ਰੱਖੇ ਆ, ਜੀ ਗਰਾਊਂਡ ਰਿਐਲਿਟੀ, ਸੱਚਾਈ, ਔਰ ਜੋ ਇਸ ਟਾਈਮ ਪ੍ਰੈਜ਼ੈਂਟ ਸਿਚੁਏਸ਼ਨ ਹੈ, ਚਾਹੇ ਪਾਣੀ ਦੀ, ਹਰਿਆਣੇ ਨੂੰ ਪਾਣੀ ਕਿੰਨਾ ਮਿਲ ਰਿਹਾ ਹੈ, ਚਾਹੇ ਪੰਜਾਬ ਨੂੰ ਕਿੰਨਾ ਮਿਲ ਰਿਹਾ ਹੈ, ਰਕਬੇ ਦੀ ਗੱਲ ਹੈ, ਔਰ ਹਿਸਟੋਰੀਕਲੀ ਜਿਸ ਤਰੀਕੇ ਨਾਲ ਪੰਜਾਬ ਨਾਲ ਇੰਜਸਟਿਸ ਹੁੰਦਾ ਰਿਹਾ, ਸਾਰੀਆਂ ਗੱਲਾਂ ਸਾਹਮਣੇ ਆਈਆਂ। ਦੇਖੋ, ਹਰਿਆਣਾ ਏਰੀਆ 'ਚ ਵੀ ਛੋਟਾ ਹੈ ਤੇ ਉਹਨੂੰ ਪਾਣੀ ਜਿਹੜਾ ਆ 14.36 MAF ਮਿਲ ਰਿਹਾ। ਪੰਜਾਬ 'ਚ ਰਕਬੇ ਜ਼ਿਆਦਾ ਹੈ, ਪੰਜਾਬ ਨੂੰ ਅੱਜ ਪਾਣੀ ਮਿਲ ਰਿਹਾ 12.36 MAF। ਜੀ। ਪੰਜਾਬ ਨੋ ਡਾਊਟ ਹਰਿਆਣਾ ਸਾਡਾ ਛੋਟਾ ਭਰਾ ਆ। ਜੇ ਪੰਜਾਬ ਤੇ ਹਰਿਆਣੇ ਦੀ ਜਦੋਂ ਇਕੱਠੇ ਦੀ ਗੱਲ ਕਰਦੇ, ਮੰਨ ਲਓ ਜਿਸ ਆਧਾਰ ਤੇ ਹਰਿਆਣਾ ਕਲੇਮ ਕਰਦਾ ਹੈ, ਫਿਰ ਯਮੁਨਾ ਦਾ ਪਾਣੀ ਵੀ ਪੰਜਾਬ ਨੂੰ ਵੀ ਮਿਲਣਾ ਚਾਹੀਦਾ ਹੈ। ਸੋ ਗੱਲ ਇਹ ਆ ਵੀ ਅੱਜ ਪੰਜਾਬ ਦੀ ਜਿਹੜੀ ਅਸਲ ਰਿਐਲਿਟੀ ਆ ਪੰਜਾਬ ਨੂੰ ਲੈ ਕੇ ਪਾਣੀਆਂ ਦੀ, ਇੱਕ ਤੇ ਪੰਜਾਬ ਦੇ ਬਦਤਰ ਹਾਲਾਤਾਂ ਬਾਰੇ ਸੱਚਾਈ ਸਾਹਮਣੇ ਆਈ, ਦੂਸਰਾ ਫੈਕਚੁਅਲ, ਦੂਸਰਾ ਇਹ ਤੇ ਜਿਸ ਤਰੀਕੇ ਨਾਲ ਕਾਂਗਰਸ ਨੇ, ਅਕਾਲੀ ਦਲ ਨੇ ਜਿਹੜੀਆਂ ਲਗਾਤਾਰ ਸਰਕਾਰਾਂ ਰਹੀਆਂ, ਉਹਨਾਂ ਨੇ ਧਰੋ ਪੰਜਾਬ ਨਾਲ ਕਮਾਇਆ, ਇਹ ਤੇ ਰਾਜਨੀਤੀ ਕੀਤੀ। ਇੱਥੇ ਜਿਸ ਤਰੀਕੇ ਨਾਲ ਖੂਨ ਖਰਾਬਾ ਇਹਨਾਂ ਕਰਕੇ ਹੋਇਆ, ਔਰ ਪਰਦੇ ਤੇ ਕੁਛ ਤੇ ਪਿੱਛੇ ਕੁਛ, ਔਰ ਜਿਸ ਤਰੀਕੇ ਨਾਲ ਪੰਜਾਬ ਦੇ ਹਿੱਤ ਵੇਚ ਕੇ ਸਵਾਰਥ ਲਈ, ਨਿੱਜੀ ਸਵਾਰਥ ਆਪਣੇ ਸਾਧੇ ਗਏ, ਉਹ ਸਾਰੀ ਸੱਚਾਈ ਮੁੱਖ ਮੰਤਰੀ ਦੇ ਸਾਹਮਣੇ ਰੱਖੀ ਆ। ਸੋ ਉਹਨਾਂ ਨੇ ਇੱਕ ਬੜਾ ਸਪਸ਼ਟ ਕਹਿਤਾ, ਉਹਨਾਂ ਨੇ ਤੇ ਈਵਨ ਹਰਿਆਣਾ ਦੇ ਮਾਣਯੋਗ ਮੁੱਖ ਮੰਤਰੀ ਜੀ ਨੂੰ ਕਨਵਿੰਸ ਕਰਾ ਲਿਆ ਕਿ BBM ਵਿੱਚ ਵੀ ਆਪਣੇ ਨਾਲ ਧੱਕਾ ਆ। ਆਪਣਾ ਜੇ ਦੋਨਾਂ ਦਾ ਅਧਿਕਾਰ ਬਣਦਾ ਤੇ ਆਪਾਂ ਦੋਨੋਂ ਪ੍ਰਧਾਨ ਮੰਤਰੀ ਨੂੰ ਕਹੀਏ, ਦੋਨਾਂ ਦੇ ਮੈਂਬਰਸ਼ਿਪ ਵੀ ਬਹਾਲ ਹੋਵੇ, ਔਰ ਯਮੁਨਾ ਚੋਂ, ਗੰਗਾ ਚੋਂ, ਜਿੱਥੋਂ ਵੀ ਪਾਣੀ ਦਾ ਐਡੀਸ਼ਨਲ ਜਿਹੜਾ ਵਾਧੂ ਜਾ ਰਿਹਾ, ਉੱਥੋਂ ਹਰਿਆਣੇ ਦੀ ਪੂਰਤੀ ਹੋਵੇ, ਪੰਜਾਬ ਦੀ ਵੀ ਹੋਵੇ। ਮਲਿਕ ਸਾਹਿਬ, ਪੰਜਾਬ ਨੇ ਬੜਾ ਸਪਸ਼ਟ ਕਹਿਤਾ ਕਿ ਪਾਣੀ ਹੈ ਨਹੀਂ ਤਾਂ SYL ਬਣਾ ਕੇ ਕੀ ਕਰਾਂਗੇ। ਨੀਅਤ ਦੇ ਵਿੱਚ ਖੋਟ ਨਹੀਂ ਹੈ, ਉਹ ਇਹ ਕਹਿ ਰਹੇ ਨੇ ਕਿ ਨੀਅਤ ਦੇ ਵਿੱਚ ਖੋਟ ਨਹੀਂ ਹੈ, ਪਰ ਜਿਹੜੀ ਚੀਜ਼ ਹੈ ਹੀ ਨਹੀਂ ਤਾਂ ਉਹ किस तरीके नाल दिती जाएगी? जी साहब ऐसा है, आप सपोजिंग 2 भाई हो, 3 भाई हो जी, आपके घर का बंटवारा होता है जी, घर के बंटवारे में एक फैसला हो जाता है कि ये सामान इसका, ये सामान इसका, ये सामान इसका है। अब किसी भी कारणवश घर का एक बड़ा बेटा होता है, उसके पास सामान रह जाता है कि ये सामान फिलहाल आपके पास है, लेकिन इसकी आपूर्ति आप करेंगे बाद में, या आप इसको उसके हवाले करेंगे। ये एक समझौता होता है। अब जब वो बड़ा बेटा अगर ये बोले कि ना अब तो मैं इसको देता ही नहीं, मैं खा लिया, खपा लिया, मैंने इसको फूक लिया, अब मैं नहीं देता, ये सामान तो उतना ही पड़ा है जितना मेरे को लगता है मेरे को चाहिए होगा, तो आप ऐसी सिचुएशन में क्या बोलोगे कि क्या हुआ? आप यही बोलोगे ना कि वो नियतन बेईमान हो गया और छोटों का अधिकार खा के बैठ गया, यही बोलेंगे ना इस सिचुएशन को, और कुछ नहीं बोलेंगे। लेकिन बहरहाल हम बात ये करते हैं कि इस देश के अंदर जो फंडामेंटल एक व्यवस्था है जी, वो फेडरलिज्म की है, और वो फेडरलिज्म ये कहता है कि आप संविधान के अधीन हैं। उस संविधान में सुप्रीम कोर्ट भी है, सुप्रीम कोर्ट के माध्यम से इस विषय के ऊपर बहुत सारे फैसले आए, बहुत सारी टिप्पणियां आई, प्रेसिडेंशियल रेफरेंस तक भी हरियाणा लेकर गया इसको, वहां से भी कमेंट्री आई, वहां से भी बात हुई। वर्तमान में जो सिचुएशन है उसकी आपूर्ति करने के लिए हरियाणा ने ये मीटिंग करवाई, इसका न्योता दिया। पंजाब ने पहला अपना कदम नहीं उठाया, हरियाणा ने उठाया और ये मीटिंग हुई। उस मीटिंग में यही निकलना था, ये भी हमको पता है, क्योंकि देखिए दिल्ली और पंजाब की राजनीति आम आदमी पार्टी के लिए बहुत जरूरी है और वो यहीं से निकलती है। राजनीति के अंदर ये एक अवसरवाद की जो राजनीति है वो ये कहती है मुद्दे खत्म ना होने दो, और जो लेकिन मलिक साहब इस मुद्दे पर तो कोई भी पार्टी कहती है मुद्दे, सबने पॉलिटिक्स की मुद्दों को खत्म। बरार साहब मेरी बात एक 5 सेकंड 10 सेकंड हो, नहीं, हमने सियासत की बात की, तो कौन सी पार्टी है जिसने SYL के मुद्दे को सियासी रंग नहीं दिया? मैं वही आपको बोल रहा हूं, हमारा कहना यह है कि जितने भी मुद्दे होते हैं, जो वादे होते हैं, जो हम एक अपना घोषणा पत्र देते हैं, संकल्प पत्र देते हैं, उनके मुद्दों को, उनकी घोषणाओं को, उन चीजों को पूरा करके आगे बढ़ना ही डेवलपमेंट है।
हम उसको खत्म करते हैं, हम आगे बढ़ते हैं। ये बीजेपी की नीति है। जो दूसरे आपके पास बैठे हैं उनकी नीति ये है कि भड़काओ, जलाओ, गंद बनाओ और उसके अंदर ही आप बोलो कि नहीं ये तो अब गड़बड़ हो गया, इसको हम नहीं कर सकते, ये हो गया वो। चलो, मैं आपको चलो, याद ठीक। कराना चाहूंगा हरियाणा के अंदर, एक जवाब ले लिए मलिक साहब। अरविंद केजरीवाल जो कि पंजाब के सुपर सीएम, सुनिए बराड़ साहब मेरी बात जी। सुनिए। अरविंद केजरीवाल जो हरियाणा, जो दिल्ली के मुख्यमंत्री होते हुए पंजाब के सुपर सीएम है, उन्होंने ये ऐलान करा था कि मेरे पास तो फॉर्मूला पड़ा है। कम से कम वो फॉर्मूला भगवंत मान को बता देते। बेचारा 8 PM नो सीएम वाली जो हालत पंजाब की है, वो कम से कम ये काम तो करते कि भी ये प्रपोजल दे देते। अब ये प्रपोजल भी नहीं देने को बैठे तैयार है, कंग तो साहब आप आप जवाब ले लिए। ठीक है आप जवाब ले लिए कंग साहब। ਸਿੱਧੀ मतलब उन्होंने तो ये कहता कि ਅਸੀਂ ਭਾਈਚਾਰੇ ਨਾਲ ਚੱਲਦੇ ਆਂ ਜਾਂ ਅਸੀਂ ਕਹਿੰਦੇ ਆ ਕਿ ਮਿਲ ਵਰਤਨ ਦੇ ਨਾਲ ਚੀਜ਼ਾਂ ਅੱਗੇ ਵਧਣੀਆਂ ਚਾਹੀਦੀਆਂ ਔਰ ਇਹ ਵੰਡਨ ਦੀ ਰਾਜਨੀਤੀ ਕਰ ਰਹੇ ਨਹੀਂ, ਉਹਨਾਂ ਨੇ ਦੋਨੋਂ ਗੱਲਾਂ ਕਰਤੀਆਂ ਜੀ। ਉਹਨਾਂ ਨੇ ਸੁਪਰੀਮ ਕੋਰਟ ਦਾ ਵੀ ਜ਼ਿਕਰ ਕਰਤਾ ਤੇ ਭਾਈਚਾਰਾ, ਮੈਂ ਦੋਨਾਂ ਦਾ ਹੀ ਜਵਾਬ ਦਊਂਗਾ। ਉਹ ਬੜਾ ਇੰਟਰਸਟਿੰਗ ਫੈਕਟ ਹੈ ਜੀ। ਪਹਿਲਾ ਇੱਕ ਜਵਾਬ ਤੇ ਇਹਨਾਂ ਦਾ ਮੈਂ ਇਹ ਦੇ ਦਾਂ ਵੀ ਜਿਹੜਾ ਇਹਨਾਂ ਨੇ ਜ਼ਿਕਰ ਕੀਤਾ ਵੀ ਕੇਜਰੀਵਾਲ ਜੀ ਕੋ ਜਿਹੜਾ ਫਾਰਮੂਲਾ, ਬਿਲਕੁਲ ਜੇ ਮਾਨਯੋਗ ਪ੍ਰਧਾਨ ਮੰਤਰੀ ਜੀ ਬੁਲਾ ਲੈਣ ਤੇ ਅਸੀਂ ਦੇ ਦਾਂਗੇ, ਉਹ ਦੇ ਦੇਣਗੇ, ਉਹਨਾਂ ਨੂੰ ਬੁਲਾ ਲੈਣ। ਇੱਕ ਗੱਲ। ਦੂਜਾ, ਸੁਪਰੀਮ ਕੋਰਟ ਦਾ ਇਹਨਾਂ ਨੇ ਜ਼ਿਕਰ ਕੀਤਾ। ਬਰਾੜ ਸਾਹਿਬ ਬੜਾ ਇੰਟਰਸਟਿੰਗ ਹੈ। 1976 ਚ ਪਹਿਲੀ ਗੱਲ ਤੇ ਮੈਂ ਕਾਨੂੰਨ ਦੇ ਹਿਸਾਬ ਨਾਲ ਚੱਲਾਂ ਜੀ। ਇੰਦਰਾ ਗਾਂਧੀ ਜੀ ਜਿਹੜੇ ਪ੍ਰਧਾਨ ਮੰਤਰੀ ਸੀ ਉਸ ਟਾਈਮ ਦੀ, ਉਹਨੇ ਅਨਕਨਸਟੀਟਿਊਸ਼ਨਲੀ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਿਆ। ਔਰ ਜੇ ਰੀਪੇਰੀਅਨ ਲਾਅ ਨੂੰ ਵੀ ਆਪਾਂ ਸਿਧਾਂਤ ਨੂੰ, ਲਾਅ ਨਹੀਂ ਚਲੋ ਸਿਧਾਂਤ ਨੂੰ ਮੰਨੀਏ, ਤੇ ਉਹ ਅਨਕਨਸਟੀਟਿਊਸ਼ਨਲ ਸੀ। ਉਸ ਤੋਂ ਬਾਅਦ 1978 ਚ ਬਾਦਲ ਸਾਹਿਬ ਨੇ ਬਤੌਰ ਮੁੱਖ ਮੰਤਰੀ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਜ਼ਮੀਨ ਐਕਵਾਇਰ ਕਰ ਲਈ ਦਿੱਤੀ ਜਾਵੇ SYL ਵਾਸਤੇ, ਕਿਉਂਕਿ ਉਹਨਾਂ ਦੀ ਦੇਵੀ ਲਾਲ ਜੀ ਨਾਲ ਬੜੀ ਦੋਸਤੀ ਸੀ। 1980 ਚ ਦਰਬਾਰਾ ਸਿੰਘ ਕਾਂਗਰਸ ਦੇ ਮੁੱਖ ਮੰਤਰੀ ਸੀ, ਜਿਹੜੇ ਮਰਹੂਮ ਦਰਬਾਰਾ ਸਿੰਘ ਨੇ ਸੁਪਰੀਮ ਕੋਰਟ ਚ ਹਲਫਨਾਮਾ ਦੇਤਾ, ਸਾਨੂੰ ਕੋਈ ਇਤਰਾਜ਼ ਨਹੀਂ। ਔਰ 1982 ਚ ਕੈਪਟਨ ਅਮਰਿੰਦਰ ਸਿੰਘ, ਜਿਹੜੇ ਕੱਲ ਇਹ ਕਹਿ ਰਹੇ ਸੀ ਮਾਨ ਸਾਹਿਬ ਵੇਖਿਓ ਮੇਰੇ ਕੋਲ ਸਲਾਹ ਲੈ ਜਿਓ, ਗਲਤੀ ਨਾ ਕਰ ਜਿਓ, ਜਿਹੜੇ ਪਾਣੀਆਂ ਦੇ ਰਾਖੇ ਆਪਣੇ, ਉਹਨਾਂ ਨੇ ਕੈਪਟਨ ਅਮਰਿੰਦਰ ਨੇ 1982 ਚ ਜਿਹੜੀ ਚਾਂਦੀ ਦੀ ਕਈ ਨਾਲ ਟੱਕ ਲਾਇਆ ਕਪੂਰੀ, ਉਹ ਕੈਪਟਨ ਅਮਰਿੰਦਰ ਸਿੰਘ ਦੇ ਘਰੋਂ ਗਈ ਸੀ। ਇਹ ਸਾਰੀਆਂ ਇਹਨਾਂ ਦੋਨੋਂ ਪਾਰਟੀਆਂ ਦਾ ਹਸ਼ਰ ਵੇਖ ਲਓ। ਜਿੱਥੋਂ ਤੱਕ ਗੱਲ ਹੈਗੀ ਆ ਕਾਨੂੰਨ ਦੀ, ਦੇਖੋ ਰਾਈਪੇਰੀਅਨ ਸਟੇਟ ਪੰਜਾਬ ਹੈ ਜੇ ਉਸ ਤਰੀਕੇ ਨਾਲ ਮੰਨ ਲਓ, ਕਿਉਂਕਿ ਪੰਜਾਬ ਸਤਲੁਜ ਦਰਿਆ ਜਾਂ ਰਾਵੀ ਦੀ ਗੱਲ ਕਰ ਲਓ ਜਾਂ ਬਿਆਸ ਦੀ ਕਰ ਲਓ, ਪੰਜਾਬ ਦੀ ਹੱਦ ਤੱਕ ਹੈ। ਸੋ ਉਸ ਤਰੀਕੇ ਨਾਲ ਪੰਜਾਬ ਦਾ ਅਧਿਕਾਰ ਹੈ। ਈਵਨ ਨਰਮਦਾ ਦਾ ਪਾਣੀ ਜਦੋਂ ਕਲੇਮ ਕੀਤਾ ਸੀ ਰਾਜਸਥਾਨ ਨੇ, ਮਹਾਰਾਸ਼ਟਰ ਨੂੰ ਵੀ ਮਿਲਦਾ, ਗੁਜਰਾਤ ਨੂੰ ਮਿਲਦਾ, ਰਾਜਸਥਾਨ ਨੂੰ ਪਾਣੀ ਨਹੀਂ ਦਿੱਤਾ ਗਿਆ। ਸੋ ਇੱਕ ਗੱਲ ਤੇ ਕਨਸਟੀਟਿਊਸ਼ਨਲੀ ਉੱਥੇ ਅਸੀਂ ਸਹੀ ਹਾਂ, ਲੇਕਿਨ ਕਾਂਗਰਸ ਔਰ ਅਕਾਲੀ ਦਲ ਕਰਕੇ ਸਾਨੂੰ ਖਮਿਆਜਾ ਭੁਗਤਣਾ ਪਿਆ। ਸੁਪਰੀਮ ਕੋਰਟ 'ਚ ਸਟੈਂਡ ਨਹੀਂ ਲਿਆ ਇਹਨਾਂ ਲੋਕਾਂ ਨੇ, ਈਵਨ ਹਿੱਤ ਵੇਚਤੇ। ਜੇ ਭਾਈਚਾਰੇ ਦੀ ਗੱਲ ਕਰ ਲਓ, ਜਿਸ ਤਰ੍ਹਾਂ ਕਹਿ ਰਹੇ ਸੀ ਕਾਂਗਰਸ ਆਪਣੇ ਭਾਜਪਾ ਵਾਲੇ, ਤੇ ਫਿਰ ਯਮੁਨਾ 'ਚ ਵੀ ਤਾਂ ਸਾਡਾ ਅਧਿਕਾਰ ਬਣਦਾ। ਜੇ ਪੰਜਾਬ ਤੇ ਹਰਿਆਣਾ ਇੱਕੋ ਚੋਂ ਨਿਕਲੇ ਆ, ਤੇ ਫਿਰ ਯਮੁਨਾ 'ਚ ਪੰਜਾਬ ਦਾ ਅਧਿਕਾਰ ਵੀ ਥੋੜੀ ਜਿਹੀ ਬਰੀਫ ਗੱਲ ਕਰ ਲਈ, ਆਪਣੇ ਕੋਲੇ ਸਮਾਂ ਘੱਟ ਹੈ जी। मलिक साहब देखिए बराड़ साहब, बात इतनी सी है कि यमुना के लिए अगर इनका अधिकार बनता है और ये कहते हैं कि आम आदमी पार्टी के अनुसार यमुना में अधिकार बनेगा, पंजाब की पॉलिटिक्स ये कहती है, तो वो यमुना के अधिकार के लिए लड़ाई लड़े ना, वो जाए सुप्रीम कोर्ट, वो जाए बात करे। लेकिन क्या यमुना का उद्गम स्थान हरियाणा है? नहीं। ऐसे ही दिल्ली में पानी, दिल्ली का जो हक है उससे ज्यादा पानी एज अ ट्रांजिट स्टेट हरियाणा वहां पे पहुंचाता है, अपना पेट काट के दिल्ली का भरता है। क्योंकि सुप्रीम कोर्ट ने भी कहा है, क्योंकि ह्यूमैनिटेरियन बात भी है, अगर हम दे सकते हैं और हम ये काम कर सकते हैं, हालांकि 125 करोड़ अभी दिल्ली ने बकाया देना है हरियाणा का, जो कनाल के हिस्से हैं, लेकिन फिर भी हम ये बोलते हैं कि ह्यूमैनिटेरियन ग्राउंड्स पे हम दे रहे हैं। तब गाली देने के लिए केजरीवाल साहब के पास होता है हरियाणा। जब प्रदूषण की बात हो तो हरियाणा पंजाब पहले होता था, अब सिर्फ हरियाणा होता है। तो मैं ये पूछना चाहता हूं आज आपके माध्यम से कि वो केजरीवाल कहां सो गया, सुपर सीएम जिसके पास था फॉर्मूला, और क्या पीएम बुलाएंगे तभी मुंह से निकलेंगे? क्या पीएम के पास जाके नंबर बटोरने, हरियाणा और पंजाब के 7 करोड़ से ऊपर लोगों जो कमाई है, उनकी लाइफ अच्छी करनी है, उससे बड़ी हो गई क्या केजरीवाल के साथ? ये केजरीवाल और कंग साहब जवाब देना चाह रहे हैं।
ਕੰਗ ਸਾਹਿਬ ਜਵਾਬ ਦੇ ਦਿਓ। ਦੇਖੋ ਜੇ ਇਸ ਤਰੀਕੇ ਨਾਲ ਸੋਚਦੇ ਆ ਵੀ ਖਮਿਆਜਾ ਭੁਗਤ ਰਿਹਾ ਹਰਿਆਣਾ ਪਾਣੀ ਦੇਣ ਦਾ, ਜੀ। ਤੇ ਫਿਰ ਪੰਜਾਬ ਕਿੰਨੇ ਸਾਲਾਂ ਦਾ ਭੁਗਤ ਰਿਹਾ ਖਮਿਆਜਾ ਹਰਿਆਣਾ ਨੂੰ ਦੇਣ ਦਾ? ਔਰ ਗਰਾਊਂਡ ਰਿਐਲਿਟੀ ਆ ਜਿਸ ਤਰੀਕੇ ਨਾਲ ਮਾਨ ਸਾਹਿਬ ਨੇ ਰੱਖੀ ਆ ਕਿ ਪੰਜਾਬ ਦਾ ਹਜ਼ਾਰਾਂ ਏਕੜ ਸੁੱਕੇ ਦੀ ਮਾਰ ਹੈ। ਦੇਸ਼ 'ਚ ਸਭ ਤੋਂ ਵੱਧ ਅਨਾਜ ਪੰਜਾਬ ਪੈਦਾ ਕਰਦਾ ਹੈ, ਲੇਕਿਨ ਬਰਾੜ ਸਾਹਿਬ 70% ਇਰੀਗੇਸ਼ਨ ਸਾਡੀ ਟਿਊਬਵੈਲ ਨਾਲ ਹੋ ਰਹੀ ਆ। ਬਦਕਿਸਮਤੀ ਦੇਖੋ ਪੰਜਾਬ ਦੀ, ਧੱਕਾ ਦੇਖੋ ਪੰਜਾਬ ਨਾਲ ਕਿੰਨਾ ਇੰਜਸਟਿਸ ਹੈ ਕਿ ਸਭ ਤੋਂ ਵੱਧ ਅਨਾਜ ਪੰਜਾਬ ਪੈਦਾ ਕਰੇ ਤੇ 70% ਟਿਊਬਵੈਲ ਨਾਲ ਪੰਜਾਬ ਦੀ ਖੇਤੀ ਹੋ ਰਹੀ ਹੈ। ਹਜ਼ਾਰਾਂ ਏਕੜ ਰਕਬਾ ਸਾਡਾ, ਅੱਜ ਹਰਿਆਣੇ ਦਾ ਰਕਬਾ ਘੱਟ ਹੈ, ਪਾਣੀ ਉਹਨਾਂ ਨੂੰ ਫਿਰ ਵੀ 14.36 MAF ਮਿਲੀਅਨ ਏਕੜ ਫਿਟ ਮਿਲ ਰਿਹਾ ਹੈ, ਪੰਜਾਬ ਨੂੰ 12.36 ਮਿਲ ਰਿਹਾ, ਯਾਨੀ ਕਿ ਉੱਥੇ ਵੀ ਇੰਜਸਟਿਸ। ਇਹ ਜਿਹੜੇ ਐਕਚੁਅਲ ਫੈਕਟ ਹੈ, ਜਿਹੜੀ ਗਰਾਊਂਡ ਰਿਐਲਿਟੀ ਹੈ, ਅੱਜ ਤੱਕ ਕਿਸੇ ਨੇ ਸਾਹਮਣੇ ਨਹੀਂ ਰੱਖੀ। ਜ਼ਰੂਰਤ ਹੈ ਅੱਜ ਪੰਜਾਬ ਨੂੰ ਸਿੰਪਥੀ ਨਾਲ ਦੇਖਣ ਦੀ ਆ, ਜ਼ਰੂਰਤ ਅੱਜ ਪੰਜਾਬ ਦੀ ਮਦਦ ਕਰਨ ਦੀ ਆ, ਜ਼ਰੂਰਤ ਅੱਜ ਪੰਜਾਬ ਨੂੰ ਪਾਣੀ ਦੀ ਆ, ਜ਼ਰੂਰਤ ਅੱਜ ਪੰਜਾਬ ਦੇ ਕਿਸਾਨਾਂ ਨੂੰ ਪਾਣੀ ਦੀ ਆ। ਸੋ ਇਹ ਸਾਰੇ ਇਸ਼ੂ ਤੇ ਹੁਣ ਤੱਕ ਕਾਂਗਰਸ ਹੋਵੇ, ਅਕਾਲੀ ਦਲ, ਭਾਜਪਾ ਉਹ ਕੰਗ ਸਾਹਿਬ ਰਾਵੀ ਬਿਆਸ ਦੇ ਪਾਣੀ ਦਾ ਵੀ ਜ਼ਿਕਰ ਕਰ ਜੀ। एक मिनट, अब मेरी बात सुनिए। रावी ब्यास का पानी भूल जाएंगे, वो अलग विषय है, लेकिन जो पानी हरियाणा का एक बहुत बड़ा दक्षिणी हरियाणा का रकबा आज की डेट में दोबारा 40 साल बाद टेल पे पानी देख रहा है, वो मनोहर लाल जी ने जो व्यवस्था दोबारा से बनाई है कि टेल पे पानी पहुंचे, इस प्रकार की व्यवस्था पंजाब ने पिछले, चलिए अकाली ने, कांग्रेस ने कुछ नहीं करा। आप ये बताइए, अप्रैल से आपने अभी तक कितनी नहरें बना दी, कितनों के काम शुरू कर दिए, कितनी मरी हुई नहरों को आपने रिवाइव करा, आपने कौन सी जगह ग्राउंड वाटर को उठाने के लिए करा? हमने, मनोहर लाल जी ने पैडी की फसल, जीरी की जो फसल है, उसको इंसेंटिवाइज करा कि वो कम उगाइए ताकि पानी कम लगे। आप एक तरफ से कैश क्रॉप लेंगे, दूसरी तरफ से आप अच्छा, इरिगेशन सिस्टम पे पैसे। मलिक साहब मैं एक चीज ऐड कर देता हूं, आपने जिस सरकार का जिक्र किया, 10 साल बीजेपी पंजाब में एसोसिएशन में थी, दोनों की इकट्ठी सरकार। साहब सुनिए, हम जूनियर पार्टनर थे, हमने अपने विषय भी खड़े करे, लेकिन हम उसके ऊपर जो सीनियर पार्टनर था उसके नीचे दबे। हम मानते हैं उसका खामियाजा भी हमने भुगता है, लेकिन हम अपने आप को दोबारा रिवाइव करें। लेकिन पॉइंट जो है जिसको इग्नोर नहीं करा जा सकता, वो ये सबसे बड़ा ये है कि आज ये मुख्यमंत्री जो हैं, जो रिमोट कंट्रोल से चलते हैं दिल्ली से, राघव चड्ढा और अरविंद केजरीवाल जिनको चलाते हैं, मैं ये पूछना चाहता हूं कि ये वही लोग हैं जो गुजरात में तो प्रधानमंत्री को नीच आदमी कहते हैं, उनकी मां पे भी टिप्पणी कर देते हैं, और यहां बोलते हैं कि प्रधानमंत्री सॉल्यूशन निकालें। चलिए देश का प्रधानमंत्री है, वो इग्नोर कर देगा, आप उसको गाली भी दीजिए। लेकिन आप मेरे को सबसे पहले ये बताइए कि एक मुख्यमंत्री होते हुए दिल्ली के और पंजाब के सुपर चीफ मिनिस्टर होते हुए, अदृश्य चीफ मिनिस्टर होते हुए, क्या आप ये कर सकते हैं कि तो 7.5 मलिक साहब आपको एतराज हिमाचल या गुजरात में प्रचार करने से है या SYL का पानी ना देने से है? नहीं, मैं बिल्कुल बात कर रहा हूं मुद्दे की सर। नहीं, आप मतलब आप बार बार गुजरात या उस चीज की तरफ ले जाते हैं कि वो गाली देते हैं, वो ऐसे बोलते हैं, तो बात तो बीच में पॉलिटिकल आ जाती है ना। बराड़ साहब जी, 10 सेकंड सुनो। जी जी जी, मैं सुन रहा हूं। गल कर रहा हूं, बिल्कुल बेसिक है। 7 करोड़ पंजाब ते हरियाणा दे लोग है जी, उन्हां दे बेनिफिट क्रेडिट भी लेना है अरविंद केजरीवाल ने ते ले ले, ठीक है। वो सिंपल कम ये करे, एक भाषण बनाए YouTube ਤੇ ਅਪਲੋਡ ਕਰ ਦੇ, ਜਿਵੇਂ ਕਸ਼ਮੀਰ ਫਾਈਲ ਸੀਗੀ, ਉਹਦੇ ਲਈ ਕਿਹਾ ਸੀ ਨਾ YouTube ਤੇ ਅਪਲੋਡ ਕਰ ਦਿਓ, ਸਾਰੇ ਵੇਖ ਲੈਣਗੇ। तो ਇਵੇਂ ਹੀ ਉਹ ਇਹ ਕਰੀਏ, ਜਿਹੜਾ ਸੋਲੂਸ਼ਨ ਉਹਨਾਂ ਦੇ ਕੋਲ ਹੈਗਾ ਉਹ YouTube ਤੇ ਡਾਲ ਦੇਣ, ਤੇ ਜਨਤਾ ਨੂੰ ਵੀ ਪਤਾ ਲੱਗ ਜਾਊ ਕਿਹੜਾ ਸੋਲੂਸ਼ਨ ਹੈ, ਤੇ ਉਹਨਾਂ ਦਾ ਕ੍ਰੈਡਿਟ ਵੀ ਕਿੱਥੇ ਨਹੀਂ ਗਿਆ, ਤੇ ਉਹਨਾਂ ਦੀ ਵਾਹਵਾਹੀ ਹੋ ਜਾਏਗੀ। ਨਾ जनता दे लिए क्यों नहीं कर दे? कंग साहब जवाब दे दो, जनता लिए क्यों नहीं कर दे? जे सोल्यूशन पता है ਤਾਂ ਸੋਲੂਸ਼ਨ ਕਿਸੇ ਵੀ ਤਰੀਕੇ ਪ੍ਰਧਾਨ ਮੰਤਰੀ ਤੱਕ ਪਹੁੰਚਾਇਆ ਜਾ ਸਕਦਾ। ਦੇਖੋ ਬੀਜੇਪੀ ਦੀ ਦਿੱਕਤ ਇਹ ਆ, ਇਹਨਾਂ ਨੂੰ ਪ੍ਰੋਬਲਮ ਹੋ ਰਹੀ ਆ ਅਰਵਿੰਦ ਕੇਜਰੀਵਾਲ ਜੀ ਤੋਂ। ਦੇਖੋ ਕਿਸ ਤਰ੍ਹਾਂ ਕਹਿ ਰਹੇ ਆ, ਔਰ ਇਹ ਸਾਰੇ ਜਗ ਜ਼ਾਹਿਰ ਹੈ ਵੀ ਮੋਦੀ ਜੀ ਦੀ ਤਾਨਾਸ਼ਾਹੀ ਜਿਹੜੀ, ਮੈਂ ਫਿਰ ਵੀ ਜੀ ਲਾਉਣਾ, ਪ੍ਰਾਈਮ ਮਿਨਿਸਟਰ ਹੈ, ਮੈਂ ਇਹਨਾਂ ਵੱਲੋਂ ਬਦਤਮੀਜ਼ ਨਹੀਂਗਾ। ਮੋਦੀ ਜੀ ਦੀ ਤਾਨਾਸ਼ਾਹੀ ਦਾ ਸ਼ਿਕਾਰ ਉਧਰ ਸ਼ਿਵਰਾਜ ਸਿੰਘ ਚੌਹਾਨ ਤੇ ਨਿਤਨ ਗਡਕਰੀ ਕਿਸ ਤਰ੍ਹਾਂ ਹੋਇਆ, ਸਾਰਿਆਂ ਨੂੰ ਪਤਾ ਹੈ
ਕਿ ਇਸ ਟਾਈਮ ਅਮਿਤ ਸ਼ਾਹ ਤੇ ਮੋਦੀ ਜੀ ਕਿਸੇ ਨੂੰ ਕੁਝ ਨਹੀਂ ਟਿੱਚ ਨਹੀਂ ਜਾਣਦੇ ਭਾਜਪਾ 'ਚ, ਤੇ ਇਸ ਕਰਕੇ ਸਭਨਾਂ ਨੂੰ ਪਤਾ ਤਾਨਾਸ਼ਾਹੀ ਕੌਣ ਕਰਦਾ। ਗੱਲ ਇਹ ਆ ਬਰਾੜ ਸਾਹਿਬ, ਇਹਨਾਂ ਨੂੰ ਫਿਕਰ ਲੱਗਿਆ ਹੋਇਆ ਕਿ ਗੁਜਰਾਤ 'ਚ ਇਹਨਾਂ ਦੀ ਛੁੱਟੀ ਹੋਣ ਵਾਲੀ ਆ। ਗੁਜਰਾਤ 'ਚ ਸਾਡੇ ਪ੍ਰਧਾਨ ਨੂੰ ਕੱਲ ਇਹਨਾਂ ਨੇ ਬਿਨਾਂ ਗੱਲ ਤੋਂ ਅਰੈਸਟ ਕਰ ਲਿਆ, ਬਾਅਦ ਛੱਡਣਾ ਪੈ ਗਿਆ। ਇਹਨਾਂ ਨੂੰ ਫਿਕਰ ਲੱਗਿਆ ਹੋਇਆ ਵੀ ਜਿਸ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਜੀ ਨੇ ਏਜੰਡਾ ਸੈੱਟ ਕਰਤਾ ਦੇਸ਼ ਦੀ ਰਾਜਨੀਤੀ ਦਾ, ਐਜੂਕੇਸ਼ਨ ਦਾ, ਹੈਲਥ ਦਾ, ਏਮਪਲੋਇਮੈਂਟ ਦਾ, ਬੇਰੋਜ਼ਗਾਰੀ ਵੱਧ ਰਹੀ ਆ, ਮਹਿੰਗਾਈ ਵੱਧ ਰਹੀ, ਉਜਾਗਰ ਕੀਤਾ, ਉਹਨੂੰ ਚੈਲੰਜ ਕੀਤਾ ਮੋਦੀ ਜੀ ਦੀ ਤਾਨਾਸ਼ਾਹੀ ਨੂੰ। ਇਹਨਾਂ ਨੂੰ ਪਰੇਸ਼ਾਨੀ ਔਰ ਤੋਂ ਹੋ ਰਹੀ ਆ। ਇਹ ਗੱਲ ਚੱਲ ਰਹੀ ਸੀ ਐਸਵਾਈਐਲ ਦੀ, ਲੈ ਗਏ ਉੱਥੇ ਗੁਜਰਾਤ। ਸੋ ਇਹਨਾਂ ਨੂੰ ਪਰੇਸ਼ਾਨੀ ਇਹ ਆ ਕਿਉਂਕਿ ਨੰਬਰ ਅਗਲਾ ਹਰਿਆਣੇ ਦਾ ਵੀ ਹੈ। ਗੱਲ ਬੜੀ ਸਪਸ਼ਟ ਹੈ ਜੀ, ਆਮ ਆਦਮੀ ਪਾਰਟੀ ਨੇ ਮਾਣਯੋਗ ਮੁੱਖ ਮੰਤਰੀ ਜੀ ਨੇ ਅੱਜ ਬੜੀ ਸਪਸ਼ਟਤਾ ਨਾਲ ਦੱਸਤਾ ਵੀ ਹਰਿਆਣੇ ਦੀ ਸਿਚੁਏਸ਼ਨ ਕੀ ਆ, ਕਨਸਟੀਟਿਊਸ਼ਨਲੀ ਕੀ ਆ, ਪੰਜਾਬ ਦੀ ਕੀ ਆ, ਰਾਈਪੇਰੀਅਨ ਤਰੀਕੇ ਨਾਲ ਕੀ ਆ, ਔਰ ਪੰਜਾਬ ਦੀਆਂ ਪਾਰਟੀਆਂ ਨੇ, ਚਾਹੇ ਉਹ ਭਾਜਪਾ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ, ਇਹਨਾਂ ਨੇ ਕਿਸ ਤਰੀਕੇ ਨਾਲ ਪੰਜਾਬ ਦੇ ਅਧਿਕਾਰ ਵੇਚੇ ਆ, ਕਿਸ ਤਰੀਕੇ ਨਾਲ ਪੰਜਾਬ ਦੇ ਸੀਐਮ ਦੇ ਸਟੈਂਡ ਨੂੰ ਲੈ ਕੇ ਤਕਰੀਬਨ ਹਰ ਰਿਪਲਾਈ ਦੇ ਵਿੱਚ ਇਹ ਗੱਲ ਕਹੀ ਹੈ ਕਿ ਸੀਐਮ ਰਿਮੋਟ ਤੇ ਚੱਲਦੇ ਨੇ, ਇਸ ਕਰਕੇ ਸੀਐਮ ਦਾ ਤੇ ਸਟੈਂਡ ਹੈ ਹੀ ਨਹੀਂ, ਉਹ ਫੈਸਲਾ ਲੈ ਹੀ ਨਹੀਂ ਸਕਦੇ। ਇਹ ਗੱਲ ਤੁਹਾਡੇ ਸਾਹਮਣੇ ਮਲਿਕ ਸਾਹਿਬ ਕਿੰਨੀ ਵਾਰੀ ਕਹਿ ਗਏ। ਸਾਡੇ ਉਹ ਦੇਖੋ, ਮੈਂ ਐਵੇਂ ਹਲਕੀ ਗੱਲ ਮੈਂ ਕਰਦਾ ਨਹੀਂ ਹੁੰਨਾ, ਪਰ ਸਾਰਿਆਂ ਨੂੰ ਪਤਾ ਅੱਜ ਖੱਟੜ ਸਾਹਿਬ ਦੀ ਜਿਹੜੀ ਬਾਡੀ ਲੈਂਗੁਏਜ ਦਿਖ ਰਹੀ ਸੀ ਕਿ ਇਹ ਗੰਦੀ ਰਾਜਨੀਤੀ ਤੇ ਪਾਉਣਾ ਚਾਹੁੰਦੇ, ਕਿਉਂਕਿ ਬੀਜੇਪੀ ਚਾਹੁੰਦੀ ਆ ਕਿ ਜਿਹੜੀ ਕਿਸਾਨ ਅੰਦੋਲਨ 'ਚ ਭਾਈਚਾਰਾ ਬਣਿਆ ਹਰਿਆਣਾ ਪੰਜਾਬ ਦਾ, ਉਹਨੂੰ ਇੱਕ ਕਿਉਂਕਿ ਨਫ਼ਰਤ ਦੀ ਰਾਜਨੀਤੀ ਕਰਦੇ ਆ, ਉਹਨੂੰ ਤੋੜਨਾ ਚਾਹੁੰਦੇ ਆ। ਲੇਕਿਨ ਅੱਜ ਜਦੋਂ ਮੁੱਖ ਮੰਤਰੀ ਪੰਜਾਬ ਦੇ ਨੇ, ਉਹਨਾਂ ਨੂੰ ਇਹ ਵੀ ਕਿਹਾ ਕਿ ਤੁਹਾਡੇ ਨਾਲ ਤਾਂ ਬੀਬੀਐਮਪੀ 'ਚ ਧੱਕਾ ਹੋ ਗਿਆ, ਸੈਂਟਰ 'ਚ ਬੀਜੇਪੀ ਦੀ ਸਰਕਾਰ, ਹਰਿਆਣੇ 'ਚ ਬੀਜੇਪੀ ਦੀ ਸਰਕਾਰ, ਫਿਰ ਵੀ ਬੀਬੀਐਮਪੀ 'ਚ ਹਰਿਆਣੇ ਦੀ ਵੀ ਨੁਮਾਇੰਦਗੀ ਖਤਮ ਕਰਤੀ। ਪੰਜਾਬ ਦੇ ਤੇ ਮੋਦੀ ਸਾਹਿਬ ਵੈਸੇ ਹੀ ਖਿਲਾਫ ਹੈ, ਪਤਾ ਹੈ। ਔਰ ਦੂਜੀ ਗੱਲ, 2014 'ਚ ਪੰਜਾਬ 'ਚ ਵੀ ਅਕਾਲੀ ਭਾਜਪਾ ਸਰਕਾਰ ਸੀ, ਹਰਿਆਣੇ 'ਚ ਭਾਜਪਾ ਸਰਕਾਰ ਸੀ, ਸੈਂਟਰ 'ਚ ਮੋਦੀ ਸਰਕਾਰ ਸੀ, ਇਹਨਾਂ ਨੇ ਮਸਲਾ ਹੱਲ ਨਹੀਂ ਕੀਤਾ। 2004 'ਚ ਪੰਜਾਬ 'ਚ ਕਾਂਗਰਸ ਸਰਕਾਰ, ਹਰਿਆਣੇ 'ਚ ਕਾਂਗਰਸ ਸਰਕਾਰ, ਉੱਪਰ ਡਾਕਟਰ ਮਨਮੋਹਨ ਸਿੰਘ ਦੀ ਕਾਂਗਰਸ ਸਰਕਾਰ, ਇਹਨਾਂ ਨੇ ਮਸਲਾ ਹੱਲ ਨਹੀਂ ਕੀਤਾ। ਇਹ ਮਸਲਾ ਹੱਲ ਕਰਨਾ ਹੀ ਨਹੀਂ ਚਾਹੁੰਦੇ, ਇਹ ਸਾਰੇ ਇੱਕੋ ਥਾਲੀ ਦੇ ਚੱਟੇ ਬੱਟੇ ਆ। ਇਹ ਲੋਕਾਂ ਨੂੰ ਲੜਾਉਣ ਦੀ ਰਾਜਨੀਤੀ ਕਰਦੇ ਆ, ਲੋਕਾਂ ਦੇ ਭਾਵਨਾਵਾਂ। ਚਲੋ ਜਵਾਬ ਲੈ ਲਈਏ, ਫਿਰ ਆਪਣੇ ਕੋਲ ਸਮਾਂ ਘੱਟ ਹੈ, ਵਾਈਂਡ ਅਪ ਕਰ ਰਹੇ ਹਾਂ। ਹੁਣ ਦਿੱਕਤ ਇਹ ਹੋਗੀ ਕਿ ਹੁਣ ਕੇਜਰੀਵਾਲ ਜੀ ਨੇ ਜਿਹੜਾ ਏਜੰਡਾ ਸੈੱਟ ਕਰਤਾ, ਭਾਜਪਾ ਔਰ ਤੋਂ ਘਬਰਾਈ ਹੋਈ ਆ, ਕਿਉਂਕਿ ਭਾਜਪਾ ਦੀ ਗੁਜਰਾਤ 'ਚ ਹੁਣ ਹੋਣ ਵਾਲੀ ਹੈ ਛੁੱਟੀ, ਔਰ ਉਹਨਾਂ ਦੀ ਉਸ ਤਰੀਕੇ ਨਾਲ। ਚਲੋ ਆਪਣੇ ਕੋਲੇ ਆਖਰੀ 2 ਮਿੰਟ 27 ਸਾਲ ਤੋਂ ਮਲਿਕ ਸਾਹਿਬ देखिए, ਗੱਲ ਚੋਣਾਂ ਤੇ, ਗੱਲ ਪ੍ਰਚਾਰ ਤੇ, ਗੱਲ ਚੈलेंज ਤੇ आ जाती है। नहीं प्रचार वगैरह नहीं, मैं तो तथ्यों के साथ बात कर रहा हूँ। बराड़ साहब जी सुनो, ये अभी कुछ दिन पहले माननीय दिल्ली के मुख्यमंत्री और पंजाब के सुपर चीफ मिनिस्टर जो रिमोट कंट्रोल से भगवंत मान जी को चलाते हैं, उन्होंने एक भाषण दिया था आके कि 15,000 करोड़ इकट्ठा होता था, हमने 21,000 करोड़ इकट्ठा कर लिया टैक्सों में, 3,000 करोड़ एक्सेस चाहिए था फ्री बिजली के लिए, 3,000 करोड़ हमारे पास और एक्स्ट्रा आ गया। इसे सिंपल, इसे कहते हैं गुड गवर्नेंस। ये भाषण आपको याद होगा, आपके दर्शकों को भी याद होगा। मैं ये पूछना चाहता हूं, अगर 3,000 करोड़ रुपया एक्सेस आ चुका है, तो ये जो बेचारे पंजाब रोडवेज के ड्राइवर हैं सर, चलो वो तो हम ऐसे ही दूसरे इशू पे जा रहे हैं, वो उस पे अलग से बहुत डिबेट्स होती है, हम करते भी हैं अगर ज्यादा लंबा। अभी मैं एसवाईएल पे फोकस कर, मेरे पास आखिरी मलिक साहब आखिरी 1 मिनट है मेरे पास, तो अगर हम इतना लंबा, ये प्रोग्राम आपकी चैनल ने भी दिखाया था, बेशक मुद्दे पंजाब में होंगे, बहुत सारे प्रोटेस्ट हो रहे हैं, किसानों के हो रहे हैं, एम्प्लॉइज के हो रहे हैं, मैं ये बात मानता हूं, लेकिन अभी ये हमारा इशू नहीं है। मलिक साहब, मैं ये बात मानता हूं, बहुत से प्रोटेस्ट हो रहे हैं, लेकिन अभी ये मुद्दा नहीं है, मुद्दा एसवाईएल का है, आज की मीटिंग का है। मैंने वाइंड अप करना है, फिर आप दूसरी तरफ ले जाओगे, है ना, फिर आप बोलोगे। मैं आखिरी कमेंट चाहता हूं आपके एसवाईएल पे। मैं सिर्फ ये बता रहा हूं कि फैक्चुअल एविडेंस और सर्कमस्टेंशियल एविडेंस के साथ आपको प्रूफ दे रहा हूं कि कथनी और करनी तक ये है, और इनकी नीयत नहीं है सॉल्व करने की। मैं आज भी ये बोलता हूं, और ये खुला चैलेंज आपके प्रोग्राम के माध्यम से दे रहा हूं, कि अगर केजरीवाल जी के अंदर दम है तो उस फॉर्मूले को यूट्यूब पे डाल दें और पूरी भारत जनता को, और खासकर पंजाब और हरियाणा के 7 करोड़ लोगों को सुनने दें कि उनके पास कौन सा सोल्यूशन है, जिससे जो सुप्रीम कोर्ट के पास नहीं था, जो इतने सारे कल्चर लीडर्स के पास नहीं था, जो देवीलाल जी के पास नहीं था, जो अपना
बादल साहब के पास नहीं था, जो किसी के पास नहीं था, और सिर्फ केजरीवाल नहीं तो जी के आप पास है। मेरा एक सवाल है, मेरा एक सवाल है आपसे, फिर मैं आखिरी जवाब कंग साहब से लूंगा। आप सॉल्यूशन ढूंढ रहे हैं या 100% एक ही बात पे खड़े हैं कि SYL ही चाहिए और वहीं से पानी हरियाणा को जाना चाहिए, या आपको कोई देखिए, और सॉल्यूशन चाहिए तीसरा? मैं बता, मेरा व्यक्तिगत मानना भी ये है, और एक मेरे को ये लगता है कि इसमें सभी राजी भी हो सकते हैं। जी। सबसे पहले SYL बननी चाहिए नहर, वो नहर बन जाए, दैट इज अ कैरियर। उसमें कितना पानी कैरी होता है ये सुप्रीम कोर्ट भी असेस कर सकती है, ये केंद्र सरकार, ठीक है। पंजाब, हरियाणा बैठ के चलो। असेस कर सकते हैं, लेकिन नियत होनी चाहिए सॉल्व करने की। आखिरी अगर कमेंट, आपकी नियत आखिरी, ही नहीं है ठीक सॉल्व है, करने की, आप कभी सॉल्व ठीक है सर, मेरे पास टाइम खत्म हो गया। आखिरी कमेंट कंग साहब, ਦੇਖੋ ਬਹੁਤ ਛੋਟਾ ਜਿਹਾ। ਜਿਸ ਤਰੀਕੇ ਨਾਲ ਮਾਨ ਸਾਹਿਬ ਨੇ ਅੱਜ ਖੱਟੜ ਸਾਹਿਬ ਨੂੰ ਰਸਤਾ ਦਿਖਾਇਆ ਵੀ ਤੁਸੀਂ ਕਿਹੜੇ ਭੁਲੇਖੇ 'ਚ ਫਿਰਦੇ ਹੋ, ਮੋਦੀ ਸਾਹਿਬ ਨੇ ਤੁਹਾਡੀ ਵੀ ਰਿਪਰੈਜ਼ੈਂਟੇਸ਼ਨ ਖੋਲੀ BBMB ਚੋਂ, ਮਤਲਬ ਧੋਖਾ ਬੀਜੇਪੀ ਸਟੇਟ ਨਾਲ ਵੀ ਚਲੋ BBMB ਛੱਡੋ, ਤੁਸੀਂ ਸੋ ਇਸ ਕਰਕੇ ਤੁਸੀਂ ਸਿੱਧਾ ਮਤਲਬ ਇਹ ਕਹਿਣਾ ਚਾਹ ਰਹੇ ਹੋ ਵੀ ਉਹ ਕਹਿ ਰਹੇ SYL ਬਣਾਓ, ਤੁਸੀਂ ਕਹਿ ਰਹੇ ਹੋ ਵੀ ਕੋਈ ਗੁੰਜਾਇਸ਼ ਨਹੀਂ ਪਾਣੀ SYL ਨਹੀਂ ਬਣਾਓ। ਹੈਗਾ ਤੇ SYL ਕਿੱਥੋਂ ਬਣਾਣੀ, ਜਦੋਂ ਪਾਣੀ ਨਹੀਂ ਹੈਗਾ। ਅੱਜ ਪਾਣੀ ਤੇ ਪੰਜਾਬ ਨੂੰ ਲੋੜ ਹੈ, ਪੰਜਾਬ ਦਾ ਹਜ਼ਾਰਾਂ ਏਕੜ ਰਕਬਾ ਸੁੱਕੇ ਚ ਹੈ, ਪੰਜਾਬ ਕੋ ਪਾਣੀ ਪਹਿਲਾਂ ਹੀ ਸ਼ਾਰਟੇਜ ਹੈ। ਪੰਜਾਬ ਨੂੰ ਉਲਟਾ ਜਿਹੜਾ ਯਮੁਨਾ ਤੋਂ ਪਾਣੀ ਦੇਣ ਦੀ ਜਿਹੜੀ ਕਵਾਇਦ ਆ ਉਹ ਸ਼ੁਰੂ ਸੈਂਟਰ ਨੂੰ ਕਰਨੀ ਚਾਹੀਦੀ ਹੈ। ਔਰ ਪੰਜਾਬ ਭਾਜਪਾ ਨੂੰ ਮੈਂ ਕਹੂੰਗਾ ਜਿਹੜੇ ਇੱਥੇ ਧਰਨਾ ਲਾਉਂਦੇ ਆ, ਜਾ ਕੇ ਮੋਦੀ ਸਾਹਿਬ ਦੇ ਗੇਟ ਤੇ ਧਰਨਾ ਲਾਓ ਕਿ ਸਾਡੀ BBMB ਦੀ ਬਹਾਲੀ ਕਰੋ, ਸਾਨੂੰ ਯਮੁਨਾ ਚੋਂ ਪਾਣੀ ਦਿਓ, ਕਿਉਂਕਿ ਪੰਜਾਬ ਦਾ ਹਿੱਸਾ ਰਿਹਾ ਹਰਿਆਣਾ ਕਿਸੇ ਟਾਈਮ। ਸੋ ਇਹ ਡਰਾਮੇਬਾਜ਼ੀ ਬੰਦ ਕਰਨ, ਕਿਉਂਕਿ ਹੁਣ ਤੱਕ ਗੰਦੀ ਰਾਜਨੀਤੀ ਕੀਤੀ ਆ ਸਾਰੀਆਂ ਪਾਰਟੀਆਂ ਨੇ। ਪੰਜਾਬ 'ਚ ਖੂਨ ਖਰਾਬਾ ਕਰਾਇਆ, ਪੰਜਾਬ ਦੇ ਅਧਿਕਾਰ ਮਾਰੇ ਗਏ, ਪੰਜਾਬ ਦਾ ਪਾਣੀ ਖੋਇਆ ਗਿਆ, ਪੰਜਾਬ ਦੀ ਕਿਸਾਨੀ ਦੀ ਉਹ ਕਹਿ ਰਹੇ ਤੁਸੀਂ ਸੁਪਰੀਮ ਕੋਰਟ 'ਚ ਕੇਸ ਪਾ ਦਿਓ। ਕੌਣ? ਮਲਿਕ ਸਾਹਿਬ ਕਹਿ ਰਹੇ ਨੇ ਕਿ ਤੁਸੀਂ ਫਿਰ ਸੁਪਰੀਮ ਕੋਰਟ ਜਾਓ ਔਰ ਸੁਪਰੀਮ ਕੋਰਟ ਜਾਣ ਦੀ ਕੀ ਲੋੜ ਹੈ? ਆਪਾਂ ਯਮੁਨਾ ਦੇ ਪਾਣੀ ਲਈ ਕੋ ਜਾਈਏ। ਅਸੀਂ ਮੁੱਖ ਮੰਤਰੀ ਜੀ ਨੇ ਕਿਹਾ, ਮਾਨ ਸਾਹਿਬ ਨੇ, ਜਿਹੜੇ ਖੱਟਰ ਸਾਹਿਬ ਹੈ, ਹਾਲਾਂਕਿ ਪਤਾ ਨਹੀਂ ਉਹਨਾਂ ਕੋਲ ਕੋਈ ਪਾਵਰ ਹੈਗੀ ਹੈ ਕਿ ਆਪਾਂ BBMB ਨੂੰ ਬਹਾਲ ਕਰੀਏ ਔਰ ਮੋਦੀ ਸਾਹਿਬ ਨੂੰ ਕਹੀਏ ਕਿ ਯਮੁਨਾ ਚੋਂ ਔਰ ਗੰਗਾ ਚੋਂ ਪਾਣੀ ਦੇਣ। ਮਾਨ ਸਾਹਿਬ ਨੇ ਤੇ ਆਫਰ ਕਰਤੀ ਆ BJP ਨੂੰ, ਉਹ ਕਹਿ ਰਹੇ ਖੱਟਰ ਸਾਹਿਬ ਦਮ ਰੱਖ ਰਹੇ ਆ ਵਾਇਆ ਸੁਪਰੀਮ ਕੋਰਟ, BJP ਦਮ ਰੱਖੇ, ਮੰਗ ਲਓ। ਫੈਕਟ ਗੱਲ ਕਰਨ ਦੀ, ਸੱਚ ਗੱਲ ਕਰਨ ਦੀ BJP ਦਮ ਰੱਖੇ ਆਪਣੇ ਸੂਬੇ ਦਾ ਪ੍ਰੋਟੈਕਟ ਕਰਨ ਦੀ, ਸੂਬੇ ਦੇ ਅਧਿਕਾਰਾਂ ਦੀ ਰੱਖਿਆ ਵਾਸਤੇ। ਅਗਰ ਖੱਟਰ ਸਾਹਿਬ 'ਚ ਦਮ ਹੈ ਤੇ ਮੋਦੀ ਸਾਹਿਬ ਦੇ ਸਾਹਮਣੇ ਫੈਕਟ ਰੱਖੋ। ਅਸੀਂ ਤਾਂ ਸੱਚਾਈ ਰੱਖਤੀ, ਅਸੀਂ ਕਨਸਟੀਟਿਊਸ਼ਨਲ ਜਿਹੜੀ ਪੋਜੀਸ਼ਨ ਉਹ ਵੀ ਦੱਸਤੀ, ਅਸੀਂ ਰਾਈਟੇਰੀਅਨ ਸਿਧਾਂਤ ਵੀ ਦੱਸਤਾ, ਅਸੀਂ ਪੰਜਾਬ ਔਰ ਹਰਿਆਣੇ ਦਾ ਜਿਹੜਾ ਹਿਸਟੋਰੀਕਲ ਬੈਕਗ੍ਰਾਉਂਡ ਹੈ ਉਹ ਕਹਿ ਰਹੇ ਆ ਤੁਸੀਂ ਗਲਤ ਦਫ਼ਤਰ ਦੇ ਵਿੱਚ ਅਰਜੀ ਲਾ ਰਹੇ ਹੋ, ਅਸੀਂ ਕਾਨੂੰਨਨ ਮੰਗ ਰਹੇ ਹਾਂ ਤੁਹਾਡੇ ਤੋਂ ਪਾਣੀ, ਤੁਸੀਂ ਕਾਨੂੰਨਨ ਮੰਗੋ ਵਾਇਆ ਸੁਪਰੀਮ ਕੋਰਟ ਜਾ ਕੇ। ਇਹ ਗੱਲ ਕਹਿ ਰਹੇ ਨੇ ਮਲਿਕ ਸਾਹਿਬ। ਕਾਨੂੰਨਨ ਮੈਂ ਕਹਿੰਦਾ ਜਿਹੜੀ ਕਾਨੂੰਨਨ ਵੀ ਵੰਡ ਹੋਈ ਆ, ਅਨਲਾਫੁਲ ਹੋਈ ਆ, ਉਹਦੇ 'ਚ ਵੀ ਪੰਜਾਬ ਦਾ ਹੀ ਘਾਟਾ ਰਿਹਾ। ਮੈਂ ਤੁਹਾਨੂੰ ਦੱਸਿਆ ਤਾਂ ਪੰਜਾਬ ਦਾ ਰਕਬਾ ਜ਼ਿਆਦਾ, ਪੰਜਾਬ ਨੂੰ ਪਾਣੀ ਘੱਟ, ਹਰਿਆਣੇ ਦਾ ਰਕਬਾ ਥੋੜਾ, ਹਰਿਆਣੇ ਨੂੰ ਪੰਜਾਬ ਪਾਣੀ ਕਿਸ ਤਰੀਕੇ ਨਾਲ। ਇੱਕ ਹੋਰ ਐਗਜ਼ਾਮਪਲ ਮੈਂ ਦਿੱਤਾ, ਇੱਕ ਚੁੱਪ ਕਰਾਓ ਜਰਾ ਇਹਨਾਂ ਨੂੰ ਯਾਰ, ਵਿੱਚ ਨਾ ਬੋਲਿਆ ਕਰੋ, ਮੈਂ ਵਿੱਚ ਨਹੀਂ ਬੋਲਦਾ, ਇਸ ਤਰ੍ਹਾਂ ਨਹੀਂ ਮਜ਼ਾ ਆਉਂਦਾ, ਉਹ ਚੁੱਪ ਕਰੋ ਜੀ। ਦੂਜੀ ਗੱਲ, ਨਰਮਦਾ ਚੋਂ ਰਾਜਸਥਾਨ ਨੂੰ ਪਾਣੀ ਨਹੀਂ ਦਿੱਤਾ ਅਗਲੇ ਨੇ, ਹਾਲਾਂਕਿ ਗੁਜਰਾਤ ਔਰ ਮਹਾਰਾਸ਼ਟਰ ਲੈ ਰਹੇ ਹਨ ਤੇ ਪੰਜਾਬ ਨਾਲ ਵਿਤਕਰਾ। ਇਹ ਪੰਜਾਬ ਨਾਲ ਚਾਹੇ ਭਾਜਪਾ ਹੋਵੇ ਚਾਹੇ ਸਾਰੀਆਂ ਕਾਂਗਰਸ ਦੀਆਂ ਸਰਕਾਰਾਂ, ਉਹਨਾਂ ਨੇ ਤੇ ਸ਼ੁਰੂਆਤ ਕੀਤੀ ਹੈ। ਇਹ ਪੰਜਾਬੀਆਂ ਨਾਲ ਬਦਲੇ ਦੀ ਭਾਵਨਾ ਵਿਤਕਰੇ ਦਾ ਕੰਮ ਕਰਦੇ ਆ। ਮੋਦੀ ਸਾਹਿਬ ਔਰ ਭਾਜਪਾ ਵੀ ਉਸੇ ਨਕਸ਼ੇ ਕਦਮ ये तो ठीक बात नहीं है, चलो ये तो चलो ठीक मैं बात नहीं है। वो गलत जो मर्जी आए बोले जाएंगे, आप उन्हें रोकेंगे नहीं। नहीं मैं तो आपकी बात उनको उल्टा कन्वे कर रहा हूँ। आप बोल रहे हैं, लेकिन मैं भी बोल रहा हूँ कि आप कानून बोला करो। मैं कानून क्यों नहीं जाते? जो टाइम लॉ पंजाब रोडवेज की बात मत करो, और ये नर्मदा पहुंच रहे हैं। मैं आपसे भाजपा चाहती है गंदी राजनीति यमुना के अंदर इनका अधिकार है, यमुना के भाईचारे को तोड़ना चाहती है। तो सुप्रीम कोर्ट जाओ। मैं वही सवाल इनसे पूछ रहा हूं। वो कह रहे कंग साहब वो सिद्धा एक टिप्पणी ले रहे ने कि ਤੁਸੀਂ ਸੁਪਰੀਮ ਕੋਰਟ ਜਾਓ। ਜਨਤਾ ਦੇ ਨਾਂ ਤੇ ਭਾਜਪਾ ਲੋਕਾਂ ਨੂੰ ਕਮਿਊਨਲ ਤਰੀਕੇ ਨਾਲ ਲੜਾਉਣਾ ਚਾਹੀਦਾ ਹੈ। ਤੁਸੀਂ ਫਿਰ ਇਸ ਬਹਿਸ ਦਾ ਤਾਂ ਕੋਈ ਅੰਤ ਨਹੀਂ। ਚਲੋ ਅਰਵਿੰਦ ਕੇਜਰੀਵਾਲ ਜੀ ਨੇ ਹੈਲਥ ਦੀ, ਚਲੋ ਕੇਜਰੀਵਾਲ ਜੀ ਨੇ, ਚਲੋ ਕੰਗ ਸਾਹਿਬ ਇਹ ਫਿਰ ਇਹਨੂੰ ਬਹਿਸ ਨੂੰ ਜਿੱਦਾਂ ਮਰਜ਼ੀ ਲੰਬਾ ਕਰ ਲਓ, ਫਿਰ ਦੂਸਰੇ ਪਾਸੇ ਚਲੀ ਜਾਣੀ ਕਰਕੇ ਬੁਰੇ ਹਾਲਾਤਾਂ 'ਚ ਹੈ। ਭਾਜਪਾ ਚਾਹੁੰਦੀ ਆ ਕਿ ਜਿਹੜਾ ਭਾਈਚਾਰਾ ਬਣਿਆ ਕਿਸਾਨਾਂ ਦਾ, ਜਿਹੜਾ ਕਿਸਾਨੀ ਅੰਦੋਲਨ 'ਚ ਹਰਿਆਣਾ ਪੰਜਾਬ ਦਾ, ਉਹਨੂੰ ਤੋੜਨਾ ਚਾਹੁੰਦੀ ਆ, ਕਿਉਂਕਿ ਭਾਜਪਾ ਜ਼ਮੀਨ ਜਿਹੜੀ ਆ ਖਿਸਕਦੀ ਆ। ਭਾਜਪਾ ਨੂੰ ਗੁਜਰਾਤ ਚਲੋ ਮੈਨੂੰ ਫਿਰ ਇਹ ਡਿਬੇਟ ਇੱਥੇ ਹੀ ਖਤਮ ਕਰਨੀ ਪੈਣੀ ਹੈ, ਕਿਉਂਕਿ ਮੇਰੇ ਕੋਲ ਹੋਰ ਕੋਈ ਆਪਸ਼ਨ ਨਹੀਂ ਹੈ। ਮੁੱਦੇ ਕਿਉਂਕਿ ਸਾਈਡ ਟਰੈਕ ਹੋ ਜਾਣ ਤਾਂ ਫਿਰ ਬਹੁਤ ਜ਼ਿਆਦਾ ਦੂਸਰੇ ਪਾਸੇ ਚਲੇ ਜਾਂਦੇ ਆ। ਚਲੋ ਅੱਜ ਦਾ ਮਸਲਾ ਜਿਹੜਾ ਹੈ ਇਹ ਤਾਨਾਸ਼ਾਹੀ ਦਾ ਕੰਗ ਸਾਹਿਬ, ਠੀਕ ਹੈ ਤੁਹਾਡੀ ਗੱਲ ਆ ਗਈ। ਮੇਰੇ ਕੋਲ ਸਮਾਂ ਨਹੀਂ ਬਚਿਆ। ਰਾਜਨੀਤੀ ਦਾ ਅੰਤ ਹੋਣਾ ਹੈ।
ਇਹ ਅਰਵਿੰਦ ਕੇਜਰੀਵਾਲ ਜੀ ਦੀ ਗਵਰਨੈਂਸ ਦੀ ਰਾਜਨੀਤੀ ਦੀ ਸ਼ੁਰੂਆਤ ਹੋ ਰਹੀ ਹੈ। ਭਾਜਪਾ ਨੂੰ ਉਹਦਾ ਫਿਕਰ ਹੈ। ਚਲੋ ਮੈਨੂੰ ਇੱਥੇ ਹੀ ਖਤਮ ਕਰਨੀ ਪਏਗੀ ਇਸੇ ਨੋਟ ਤੇ ਗੱਲਬਾਤ। ਕੋਸ਼ਿਸ਼ ਇਹੀ ਹੈ ਕਿ ਐਸਵਾਈਐਲ ਦੇ ਮੁੱਦੇ ਤੇ ਜੋ ਮੀਟਿੰਗ ਹੋਈ ਸੀ ਉਸ ਤੇ ਕੋਈ ਕੰਕਰੀਟ ਹੈ ਉਹ ਉਸਦਾ ਹੱਲ ਨਿਕਲ ਪਾਉਂਦਾ, ਪਰ ਉਸ ਮੀਟਿੰਗ ਦੇ ਵਿੱਚ ਕੁਝ ਨਹੀਂ ਨਿਕਲ ਕੇ ਆਇਆ। ਮੀਟਿੰਗ ਪੰਜਾਬ ਦੇ ਪੱਖ ਨਾਲ ਕੰਕਰੀਟ ਨਿਕਲਿਆ ਜੀ, ਪੰਜਾਬ ਦੇ ਪੱਖ ਨਾਲ ਕੰਕਰੀਟ ਚਲੋ ਹਰਿਆਣੇ ਨੂੰ ਆਪਣੇ ਫੈਕਟ ਚੈੱਕ ਕਰਨ ਦੀ ਲੋੜ ਹੈ। ਹਰਿਆਣੇ ਨੂੰ ਮੋਦੀ ਸਾਹਿਬ ਦੇ ਘਰ ਦੇ ਬਾਹਰ ਚਲੋ ਕੰਗ ਸਾਹਿਬ, ਹੁਣ ਮੇਰੇ ਕੋਲ ਸਮਾਂ ਨਹੀਂ ਬਚਿਆ, ਨਹੀਂ ਤਾਂ ਇਸ ਡਿਬੇਟ ਨੂੰ ਹੋਰ ਲੰਬਾ ਲੈ ਕੇ ਜਾਂਦੇ। ਇਸ ਡਿਬੇਟ ਨੂੰ ਸਾਨੂੰ ਇੱਥੇ ਹੀ ਖਤਮ ਕਰਨਾ ਪਏਗਾ। ਖਬਰਾਂ ਦਾ ਸਿਲਸਿਲਾ ਲਗਾਤਾਰ ਨਿਊਜ਼ 18 ਪੰਜਾਬ ਹਰਿਆਣਾ ਤੇ ਜਾਰੀ ਰਹੇ।